ਸਾਨੂੰ ਇੱਕ ਰਿਐਲਿਟੀ ਚੈੱਕ ਕਰਨਾ ਚਾਹੀਦਾ ਨਾਲ ਕਿ ਮੈਂ ਆਪਣੀ ਲਾਈਫ 'ਚ ਕਿੱਥੋਂ ਨਿਕਲਿਆ ਸੀ, ਕਿੱਥੇ ਪਹੁੰਚਿਆ। ਜਿਹੜਾ ਨੇ ਜ਼ਿੰਦਗੀ ਨੂੰ ਹੋਰ ਨਜ਼ਰੀਆ ਨਹੀਂ ਹੋਊਗਾ ਤਾਂ ਕੁਛ ਜ਼ਰੂਰ ਲੈ ਕੋਈ 17 ਸਾਲ ਦੀ ਏਜ ਤੋਂ ਜ਼ਿੰਦਗੀ ਦਾ ਜਿਹੜੀ ਜੱਦੋਜਹਿਦ ਜਾਂ 16 ਸਾਲ ਦੀ ਏਜ ਤੋਂ ਸ਼ੁਰੂ ਕੀਤੀ ਹੋਗੀ। ਬਹੁਤ ਸਾਰੇ ਜਿਹੜੇ ਮੇਰੇ ਵਰਗੇ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ 16ਵੇਂ ਸਾਲ 'ਚ ਜਾਂ 17ਵੇਂ ਸਾਲ ਦੇ ਵਿੱਚ ਪੜ੍ਹਾਈ ਦੇ ਨਾਲ ਕੰਮ 'ਚ ਸ਼ੁਰੂ ਕੀਤਾ ਹੋਏਗਾ ਅਤੇ ਇਟਸ ਬੀਨ ਲਾਈਕ 24 ਸਾਲ ਹੋ ਗਏ ਉਹਨੇ ਕੰਮ ਕਰਦਿਆਂ ਨੂੰ। ਅਤੇ ਮੈਨੂੰ ਇਹ ਸੀ ਕਿ ਯਾਰ ਬਈ ਜ਼ਿੰਦਗੀ ਦੀ ਦੌੜ 'ਚ ਨਿਕਲਦੇ ਪਹਿਲਾਂ 16 ਸਾਲ, ਫਿਰ 20 ਸਾਲ, ਫਿਰ 25 ਸਾਲ, ਫਿਰ 30, 35 ਅਤੇ ਹੁਣ 40। ਅਤੇ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਸਾਰੇ ਜਿਹੜੇ ਯੰਗ ਬੱਚੇ ਨੇ ਜਾਂ ਜਿਹੜੇ ਆਈ ਵੁੱਡ ਸੇ ਅਰਾਊਂਡ अर्ਲੀ 20s ਜਾਂ ਮਿਡ 20s, ਉਹ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਟਰੈਕ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਰਨ ਦੇ ਨਾਲ ਓਵਰਨਾਈਟ ਰਿਜ਼ਲਟ ਆ ਜਾਏਗਾ ਜਾਂ ਬਹੁਤ ਜਲਦੀ ਹੀ ਆਪਣੇ ਜਿਹੜੀ ਮੇਨ ਵੈਸੇ ਇਹ ਹੈ ਕਿ ਮੈਂ ਪੋਡਕਾਸਟ ਸ਼ੁਰੂ ਕਰ ਰਿਹਾ। ਸਾਡਾ ਇੱਕ ਬਹੁਤ ਪੁਰਾਣਾ ਚੈਨਲ ਸੀ ਯੂਰਪੀਅਨ ਦੇਸੀ, ਮੈਂ ਉਹਦੇ 'ਚ ਹੁਣ ਆਪਣੇ ਰੈਗੂਲਰ ਪੋਡਕਾਸਟ ਪਾਊਂਗਾ। ਮੇਰੇ ਕੋਲ 4-5 ਰਿਕਾਰਡਡ ਆਲਰੇਡੀ ਹੋ ਚੁੱਕੇ ਹੋਏ ਆ ਜਿਹੜੇ ਕਿ ਬਹੁਤ ਹੀ ਆਈ ਵੁੱਡ ਸੇ ਇੰਟਲੈਕਚੁਅਲ ਪੀਪਲ ਜਿਹੜਾ ਨੇ ਜ਼ਿੰਦਗੀ ਨੂੰ ਹੋਰ ਨਜ਼ਰੀਏ ਨਾਲ ਦੇਖਦੇ ਆ। ਮੈਂ ਉਹਨਾਂ ਦੀ ਜੋ ਇੱਕ ਸੋਚ ਹੈ ਜਾਂ ਉਹਨਾਂ ਦਾ ਜੋ ਪਰਸੈਪਸ਼ਨ ਅਬਾਊਟ ਲਾਈਫ ਹੈ, ਮੈਂ ਟਰਾਈ ਕਰ ਰਿਹਾ ਕਿ ਉਹਨਾਂ ਨੂੰ ਮੈਂ ਪੁੱਛਾਂ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਜਦੋਂ ਆਪਾਂ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਕਿਸੇ ਚੀਜ਼ ਮਗਰ ਦੌੜਦੇ ਹਾਂ ਲੇਕਿਨ ਉਸ ਦੌੜ ਦੇ ਵਿੱਚ ਅਸੀਂ ਬਹੁਤ ਚੀਜ਼ਾਂ ਪਿੱਛੇ ਛੱਡ ਆਉਂਦੇ ਹਾਂ। ਸਪੋਜ਼ ਜਿੱਦਾਂ ਹੈ ਨਾ ਵੀ ਆਪਾਂ ਕਦੀ ਜਿਹੜੀ ਸਾਡੀ ਦੌੜ ਹੁੰਦੀ ਹੈ ਪਹਿਲਾਂ ਹੁੰਦੀ ਹੈ ਕਿ ਅਸੀਂ ਇੰਡੀਆ 'ਚ ਜਦ ਸੈਟਲ ਨਹੀਂ ਹੈ ਜਾਂ ਮਿਡਲ ਕਲਾਸ ਫੈਮਿਲੀ ਤੋਂ ਆ, ਅਸੀਂ ਬਾਹਰ ਜਾ ਕੇ ਸੈੱਟ ਹੋਈਏ। ਅਸੀਂ ਉੱਥੇ ਜਦੋਂ ਸੈੱਟ ਹੋਣ ਲਈ ਘਰੋਂ ਨਿਕਲਦੇ ਹਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਡਰੀਮ ਅਸੀਂ ਲੈ ਕੇ ਆਉਂਦੇ ਹਾਂ ਉਹ ਰਿਐਲਿਟੀ ਤੋਂ ਕਿੰਨੇ ਦੂਰ ਹੁੰਦੇ ਆ। ਔਰ ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਕਿਸੇ ਬੱਚੇ ਦਾ ਵੀਜ਼ਾ ਲੱਗਦਾ ਉਹਦੇ ਘਰ ਦੇ ਕਿੱਦਾਂ ਖੁਸ਼ ਹੁੰਦੇ ਆ, ਉਹ 'ਚ ਕਿੰਨੀ ਖੁਸ਼ੀ ਹੁੰਦੀ ਹੈ ਕਿ ਮੇਰਾ ਵੀਜ਼ਾ ਲੱਗ ਗਿਆ। ਉਹ ਜਿਹੜਾ 1 ਮਹੀਨੇ ਦਾ ਇੱਕ ਆਈ ਵੁੱਡ ਸੇ ਪੇਂਟ ਹੋਇਆ ਹੁੰਦਾ ਨਾ ਘਰ ਦੇ ਬਾਹਰ, ਇੱਕਦਮ ਜਦੋਂ ਮੀਂਹ ਬੰਦਾ ਬਾਹਰ ਆਉਂਦਾ, ਉਹ ਜਦੋਂ ਮੀਂਹ ਉਤਰਦਾ ਰਿਐਲਿਟੀ ਨੂੰ ਫੇਸ ਕਰਦਾ ਕਿ ਲਾਈਫ ਨੂੰ ਸਿਰਫ ਬਾਹਰ ਆਉਣ ਦਾ ਮਤਲਬ ਇਹ ਨਹੀਂ ਹੋ ਜਾਊਗਾ ਕਿ ਮੈਂ ਆਪਣੀ ਲਾਈਫ ਨੂੰ ਫਟਾਫਟ ਹੀ ਓਵਰਨਾਈਟ ਸਿੱਧਾ ਕਰ ਲਾਂਗਾ ਜਾਂ ਹਰ ਚੀਜ਼ ਇਜ਼ ਗੋਨਾ ਵਰਕ ਅਕੋਰਡਿੰਗ ਟੂ ਮੇਰੀ ਸੋਚ। ਉਹ ਸ਼ਾਇਦ ਮੇਰੇ ਹਿਸਾਬ ਨਾਲ ਜਿਹੜੇ ਮੇਰੇ ਵਰਗੇ ਜਦੋਂ ਯੰਗ ਏਜ ਦੇ ਵਿੱਚ ਜਿਹੜੇ ਨਿਕਲੇ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਅੱਛੀ ਤਰ੍ਹਾਂ ਪਤਾ ਹੈ ਕਿ ਜਿਹੜੀ ਲਾਈਫ ਦੀ ਸਟਰਗਲ ਹੈ ਉਹ ਪਹਿਲੇ ਦਿਨ ਤੋਂ ਲੈ ਕੇ ਅਤੇ ਅਖੀਰ ਤੱਕ ਸ਼ਾਇਦ ਬਹੁਤ ਦੇਰ ਤੱਕ ਆਪਾਂ ਉਸ ਸਟਰਗਲ ਦੇ ਵਿੱਚ ਚੱਲਦੇ ਹੀ ਰਹਿੰਦੇ ਹਾਂ। ਅਤੇ ਜਿਹਦੇ 'ਚ ਕੀ ਹੁੰਦਾ ਅਸੀਂ ਬਹੁਤ ਚੀਜ਼ਾਂ ਮਿਸ ਕਰ ਜਾਂਦੇ ਹਾਂ, ਕਦੀ ਆਪਣੀ ਹੈਲਥ, ਕਦੀ ਆਪਣੀ ਫੈਮਿਲੀ, ਕਦੀ ਆਪਣੇ ਜਿਹੜੇ ਹੋਰ ਪੈਸ਼ਨ ਹੁੰਦੇ ਆ। ਔਰ ਸ਼ਾਇਦ ਬੰਦਾ ਸਾਰੀ ਉਮਰ ਉਸੇ ਦੌੜ ਦੇ ਵਿੱਚ ਹੀ ਲੱਗਿਆ ਰਹਿ ਜਾਂਦਾ ਕਿ ਯਾਰ ਮੇਰੇ ਕੋਲ ਸ਼ਾਇਦ ਕੱਲ੍ਹ ਨੂੰ ਟਾਈਮ ਆਊਗਾ ਜਾਂ ਮੇਰੇ ਕੋਲ ਇੰਨੀ ਸਰਟਨ ਅਮਾਊਂਟ ਆਫ ਵੈਲਥ ਜਾਂ ਪੈਸੇ ਹੋਣਗੇ ਕਿ ਮੈਂ ਆਪਣੇ ਆਪ ਨੂੰ ਰੋਕ ਕੇ ਅਤੇ ਉਹ ਹਰ ਚੀਜ਼ ਕਰ ਸਕਾਂਗਾ। ਲੇਕਿਨ ਉਦੋਂ ਤੱਕ ਬਹੁਤ ਦੇਰ ਹੋਈ ਹੁੰਦੀ ਹੈ, ਤੁਹਾਡੀ ਹੈਲਥ ਵੀ ਗਈ ਹੁੰਦੀ ਹੈ, ਉਸ ਤੋਂ ਬਾਅਦ ਤੁਹਾਡਾ ਜਿਹੜਾ ਪੈਸ਼ਨ ਹੈ ਉਹ ਬਹੁਤ ਘਟਿਆ ਹੁੰਦਾ, ਬਹੁਤ ਫੇਡ ਆਊਟ ਹੋ ਗਿਆ ਹੁੰਦਾ ਅਤੇ ਹੋ ਸਕਦਾ ਤੁਹਾਡੇ ਫੈਮਿਲੀ, ਤੁਹਾਡੇ ਫਰੈਂਡਸ ਤੁਹਾਡੇ ਤੋਂ ਖਿੰਡਰ ਵੀ ਜਾਣ ਉਨੀ ਦੇਰ ਦੇ ਵਿੱਚ ਜਦੋਂ ਤੱਕ ਅਸੀਂ ਆਪਣੀ ਜ਼ਿੰਦਗੀ ਦੀ ਰੇਸ ਦੌੜਦੇ ਹਾਂ। ਅਫਕੋਰਸ ਸਾਨੂੰ ਇਸ ਚੀਜ਼ ਨੂੰ ਬਹੁਤ ਬੈਲੈਂਸ ਲੈ ਕੇ ਚੱਲਣਾ ਚਾਹੀਦਾ। ਸਾਨੂੰ ਇਹ ਵੀ ਹੋਣਾ ਚਾਹੀਦਾ ਕਿ ਯਾਰ ਮੈਂ ਆਪਣੀ ਲਾਈਫ ਦੇ ਵਿੱਚ ਜੋ ਮਕਸਦ ਲਈ ਘਰੋਂ ਚੱਲਿਆ ਸੀ ਉਹ ਮੇਰਾ ਮਕਸਦ ਵੀ ਪੂਰਾ ਹੋਵੇ, ਲੇਕਿਨ ਸਾਨੂੰ ਇੱਕ ਰਿਐਲਿਟੀ ਚੈੱਕ ਕਰਨਾ ਚਾਹੀਦਾ ਨਾਲ ਕਿ ਮੈਂ ਆਪਣੀ ਲਾਈਫ 'ਚ ਕਿੱਥੋਂ ਨਿਕਲਿਆ ਸੀ, ਕਿੱਥੇ ਪਹੁੰਚਿਆ ਔਰ ਮੈਂ ਕਿੱਥੇ ਜਾਣਾ ਚਾਹੁੰਦਾ। ਓਬਜੈਕਟਿਵ ਹੋਣੇ ਵੀ ਬਹੁਤ ਜ਼ਰੂਰੀ ਹੈ ਅਤੇ ਓਬਜੈਕਟਿਵ ਦੇ ਨਾਲ ਪੈਸਾ ਕਮਾਉਣ ਦੇ ਨਾਲ ਇੱਕ ਅੱਛੀ ਵੈਲਥ ਜਾਂ ਇੱਕ ਅੱਛੀ ਆਈ ਵੁੱਡ ਸੇ ਰੈਪੂਟੇਸ਼ਨ ਦੇ ਨਾਲ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਹੈਲਥ ਦਾ ਵੀ ਖਿਆਲ ਰੱਖੋ, ਐਂਬੀਐਂਸ ਦਾ ਖਿਆਲ ਰੱਖੋ ਜਿੱਥੇ ਤੁਸੀਂ ਰਹਿ ਰਹੇ ਹੋ, ਕਿੱਦਾਂ ਦੇ ਲੋਕ ਨੇ ਤੁਹਾਡੇ ਆਲੇ ਦੁਆਲੇ, ਕਿੱਦਾਂ ਦਾ ਫਰੈਂਡ ਸਰਕਲ ਤੁਸੀਂ ਕ੍ਰੀਏਟ ਕਰ ਰਹੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਮੇਰਾ ਓਬਜੈਕਟਿਵ ਕੀ ਹੈ, ਮੈਂ ਆਪਣੇ ਆਪ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ। ਕਿਉਂਕਿ ਮੈਂ ਪਿਛਲੇ ਬਹੁਤ ਦਿਨਾਂ ਤੋਂ ਮਤਲਬ ਇਹ ਟਰਾਈ ਕਰ ਰਿਹਾ ਸੀ ਕਿ ਮੈਂ ਪੋਡਕਾਸਟ ਸ਼ੁਰੂ ਕਰਾਂ ਔਰ ਉਹਦੇ ਵਿੱਚ ਮੈਂ ਅਲੱਗ ਤਰ੍ਹਾਂ ਦੀਆਂ ਹਸਤੀਆਂ ਜਾਂ ਐਸੇ ਲੋਕ ਜਿਹੜੇ ਬਹੁਤ ਹੀ ਉੱਚੇ ਲੈਵਲ 'ਤੇ ਪਹੁੰਚ ਚੁੱਕੇ ਨੇ ਆਪਣੇ ਕਰੀਅਰ ਦੇ ਵਿੱਚ, ਚਾਹੇ ਉਹ ਸਪਿਰਿਚੁਅਲੀ ਹੈ, ਚਾਹੇ ਉਹ ਪ੍ਰੋਫੈਸ਼ਨਲੀ ਹੈ, ਲੇਕਿਨ ਬਹੁਤ ਗਰਾਊਂਡਡ ਹੈ। ਲੇਕਿਨ ਉਹਦੇ ਵਾਸਤੇ ਕੀ ਸੀਗਾ ਕਿ ਮੈਨੂੰ ਇੱਕ ਕਲਿੱਕ ਨਹੀਂ ਮਿਲ ਰਿਹਾ ਸੀ ਕਿ ਮੈਂ ਕਿੱਦਾਂ ਸ਼ੁਰੂ ਕਰਨਾ ਹੈ। ਅਤੇ ਫਿਰ ਮੈਂ ਸੋਚਿਆ ਅੱਜ ਮੇਰਾ ਬਰਥਡੇ ਹੈ ਅਤੇ ਮੈਂ ਅੱਜ ਤੋਂ ਹੀ ਇਸ ਚੀਜ਼ ਤੋਂ ਮਤਲਬ ਆਪਣੇ ਆਪ ਨੂੰ ਹੀ ਇੱਕ ਸੈਲਫ ਗਿਫਟ, ਇੱਕ ਸੈਲਫ ਸਰਪ੍ਰਾਈਜ਼ ਦੇਣ ਲਈ ਮੈਂ ਕੈਮਰੇ ਅੱਗੇ ਬਹੁਤ ਦੇਰ ਬਾਅਦ ਇੱਦਾਂ ਆਊਂਗਾ ਜਿਹਦੇ 'ਚ ਮੈਨੂੰ ਤੁਹਾਡੇ ਸਾਥ ਦੀ ਲੋੜ ਹੋਏਗੀ। ਉਹਦੇ 'ਚ ਕੀ ਹੋਏਗਾ ਕਿ ਅਸੀਂ ਅਲੱਗ ਤਰ੍ਹਾਂ ਦੇ ਜਿਹੜੇ ਵੀ ਮਤਲਬ ਟੌਪਿਕਸ ਹੋਣਗੇ ਉਹ ਲੋਕਾਂ ਨਾਲ ਡਿਸਕਸ ਕਰਾਂਗੇ, ਚਾਹੇ ਉਹ ਡਿਫਰੈਂਟ ਲੈਂਗੁਏਜ ਹੋ ਸਕਦਾ ਹੋਣ, ਕਦੀ ਪੰਜਾਬੀ 'ਚ ਹੋਣਗੇ, ਕਦੀ ਹਿੰਦੀ 'ਚ ਅਤੇ ਕਦੀ ਇੰਗਲਿਸ਼ 'ਚ, ਅਤੇ ਜਿਹਦੇ 'ਚ ਮੈਂ ਸਾਰੀ ਹਰ ਤਰ੍ਹਾਂ ਦੀ ਚੀਜ਼ ਨੂੰ ਕਵਰ ਕਰਨ ਦੀ ਟਰਾਈ ਕਰਾਂਗਾ ਜਿਹਦੇ ਨਾਲ ਸਾਨੂੰ ਪਤਾ ਲੱਗੇ ਕਿ ਜੋ ਸਾਡੇ ਸੋਚ ਹੈ ਕਦੀ ਉਹ ਇੱਕ ਲਿਮਿਟ ਤੱਕ ਹੁੰਦੀ ਹੈ, ਕਿਉਂਕਿ ਸਾਨੂੰ ਸਿਰਫ ਓਨਾ ਹੀ ਪਤਾ ਹੁੰਦਾ ਜਿੰਨਾ ਕੁ ਅਸੀਂ ਓਨਾ ਕੀ ਬੋਲ ਸਕਦੇ ਹਾਂ ਜਿੰਨਾ ਕੁ ਸਾਨੂੰ ਪਤਾ ਹੁੰਦਾ, ਜਾਂ ਸਾਡੀ ਸੋਚ ਉਸ ਤੱਕ ਜਾ ਸਕਦੀ ਹੈ ਜਿੱਥੇ ਤੱਕ ਸਾਨੂੰ ਪਤਾ ਹੈ। ਮੇਰੀ ਸੋਚ ਸਪੋਜ਼ ਕਰੋ ਇੰਨੀ ਕਹਿਣਾ ਜੇ
ਉਹ ਜਦ ਤੱਕ ਮੈਂ ਕਿਸੇ ਇੰਨੀ ਵਾਲੇ ਸੋਚਣਾ ਬੰਦੇ ਨਾਲ ਗੱਲ ਨਹੀਂ ਕਰਾਂਗਾ ਤਾਂ ਮੇਰੀ ਸੋਚ ਨੇ ਇੱਥੇ ਤੱਕ ਹੀ ਜਾਣਾ। ਤੇ ਇਹਦੇ 'ਚ ਕੀ ਹੋਏਗਾ, ਜਦੋਂ ਨਾਲ ਕੋਈ ਗੱਲਬਾਤ ਕਰਾਂਗੇ ਕਿਸੇ ਨਾਲ ਤੇ ਵਧੀਆ ਤਰੀਕੇ ਨਾਲ ਉਹਨਾਂ ਦਾ ਪਰਸੈਪਸ਼ਨ ਆਫ ਲਾਈਫ, ਉਹਨਾਂ ਦੇ ਵਿਚਾਰ, ਉਹਨਾਂ ਦੀ ਜਿਹੜੀ ਸੋਚ ਹੈ, ਉਹਨੂੰ ਸੁਣਨ ਦੇ ਨਾਲ ਕੀ ਹੁੰਦਾ, ਕਦੀ ਕਦੀ ਸਾਨੂੰ ਆਪਣੇ ਆਪ ਨੂੰ ਇੱਕ ਰਿਐਲਿਟੀ ਚੈੱਕ ਮਿਲਦਾ ਰਹਿੰਦਾ ਕਿ ਯਾਰ ਮੈਂ ਆਪਣੀ ਲਾਈਫ ਦੇ ਵਿੱਚ ਸਭ ਠੀਕ ਕਰ ਰਿਹਾ, ਜਾਂ ਮੈਂ ਆਪਣੇ ਆਪ ਨੂੰ ਕਿੱਦਾਂ ਇੱਕ ਬਿਹਤਰ ਇਨਸਾਨ ਬਣਾ ਸਕਦਾ, ਜਾਂ ਮੇਰੀ ਲਾਈਫ ਦੇ ਜੋ ਮੋਟਿਵ ਨੇ ਕਿ ਮੈਂ ਐਥੀਕਲੀ ਉਹਨਾਂ ਮੋਟਿਵਸ ਨੂੰ ਪੂਰਾ ਕਰ ਰਿਹਾ। ਤੇ ਕੁਝ ਇਸ ਤਰ੍ਹਾਂ ਦਾ ਮਿਕਸ ਸਾਰੇ ਟੌਪਿਕਸ ਦਾ ਹੋਏਗਾ। ਔਰ ਚੱਕਰ ਕੀ ਹੈ, ਜਿੱਦਾਂ ਹੁਣ ਸਪੋਜ਼ ਮੈਂ ਸਪੇਨ 'ਚ ਹੈ ਨਾ, ਆਮ ਲਿਵਿੰਗ ਇਨ ਬਾਰਸੀਲੋਨਾ, ਤੇ ਜਿਹਦੇ 'ਚ ਮੈਂ ਸਭ ਤੋਂ ਪਹਿਲਾਂ ਪੋਡਕਾਸਟ ਆਪਣੇ 'ਤੇ ਹੀ ਬਣਾਉਣਾ ਚਾਹੂੰਗਾ ਤਾਂ ਕਿ ਮੈਂ ਤੁਹਾਨੂੰ ਆਪਣੀ ਜਰਨੀ ਦੱਸ ਸਕਾਂ, ਮੇਰੀ ਜਰਨੀ ਕਿੱਦਾਂ ਸ਼ੁਰੂ ਹੋਈ ਹੈ, ਕਿੱਥੋਂ ਬਿਲੋਂਗ ਕਰਦਾ, ਇਸ ਵਕਤ ਸਾਡੀ ਕੰਪਨੀ ਕੀ ਚੀਜ਼ ਹੈ, ਮੈਂ ਜਾਂ ਪ੍ਰੋਫੈਸ਼ਨਲੀ ਕੀ ਕਰ ਰਿਹਾ। ਔਰ ਇਹਨਾਂ ਸਾਰੀ ਜਹਿਦ ਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਮੈਂ ਪਿੱਛੇ ਛੱਡ ਕੇ ਆਇਆ, ਔਰ ਜਿਹੜੀਆਂ ਮੈਨੂੰ ਅੱਜ ਫੀਲ ਹੁੰਦੀਆਂ ਕਿ ਯਾਰ ਕਿ ਇੱਕ ਐਸੀ ਦੌੜ ਦੇ ਵਿੱਚ ਜਾਂ ਰੈਟ ਰੇਸ ਦੇ ਵਿੱਚ ਮੈਂ ਬਹੁਤ ਚੀਜ਼ਾਂ ਮਿਸ ਤਾਂ ਨਹੀਂ ਕੀਤੀਆਂ। ਉਸ ਬਾਰੇ ਮੈਂ ਡਿਸਕਸ ਜਾਂ ਉਸ ਬਾਰੇ ਮੈਂ ਆਪਣਾ ਵਿਚਾਰ ਵਟਾਂਦਰਾ ਕਰਨਾ ਚਾਹੂੰਗਾ। ਮੇਰਾ ਨਾਮ ਹਰਪ੍ਰੀਤ ਸਿੰਘ ਬਤਰਾ, ਆਈ ਜਸਟ ਟਰਨਡ 40 ਟੁਡੇ, ਤੇ 21 ਅਪ੍ਰੈਲ। ਤੇ ਉਸ ਤੋਂ ਬਾਅਦ ਇਹ ਹੈ ਕਿ ਮੈਂ ਬਿਲੋਂਗ ਕਰਦਾ ਜਲੰਧਰ ਤੋਂ। ਬੇਸਿਕਲੀ ਆਈ ਵਾਸ ਬੋਰਨ ਇਨ ਜਲੰਧਰ, ਤੇ ਮੇਰੇ ਫੈਮਿਲੀ ਮੈਂਬਰ ਸਾਰੇ ਜਲੰਧਰ ਨੇ। ਲੇਕਿਨ ਜਦੋਂ ਮੈਂ 7th ਜਾਂ 8th ਸਟੈਂਡਰਡ 'ਚ ਸੀ ਨਾ, ਤਾਂ ਮੇਰੇ ਦਿਮਾਗ 'ਚ ਸ਼ੁਰੂ ਤੋਂ ਇੱਕ ਹੁੰਦਾ ਸੀ ਕਿ ਯਾਰ ਆਈ ਵਾਂਟ ਟੂ ਡੂ ਸਮਥਿੰਗ ਡਿਫਰੈਂਟ। ਮੈਨੂੰ ਹਮੇਸ਼ਾ ਜਲੰਧਰ ਆਪਣੇ ਆਪ 'ਚ ਛੋਟਾ ਲੱਗਦਾ ਸੀ, ਜਦ ਕਿ ਇਹ ਨਹੀਂ ਸੀ ਕਿ ਮੇਰੀ ਸੋਚ ਬਹੁਤ ਵੱਡੀ ਸੀ। ਆਈ ਮੀਨ ਜਾਂ ਮੇਰੇ ਕੋਲ ਬਹੁਤ ਭੰਡਾਰ ਸੀ ਨੌਲੇਜ ਦਾ, ਲੇਕਿਨ ਮੈਨੂੰ ਸਿਰਫ ਇੱਕ ਆਪਣੇ ਅੰਦਰ ਆਉਂਦਾ ਸੀ ਕਿ ਨਹੀਂ ਯਾਰ ਆਈ ਵਾਂਟ ਟੂ ਡੂ ਸਮਥਿੰਗ ਔਨ ਇਨ ਅ ਬਿਗਰ ਪਲੈਟਫਾਰਮ, ਜਿੱਥੇ ਮੈਂ ਆਪਣੇ ਆਪ ਨੂੰ ਮਤਲਬ ਦੇਖ ਸਕਾਂ ਕਿ ਯਾਰ ਲੋਕੀ ਕਿੱਦਾਂ ਪਰਫਾਰਮ ਕਰਦੇ ਆ ਵਰਲਡ ਸਟੇਜ ਦੇ ਉੱਤੇ, ਕਿੱਦਾਂ ਆਪਣੇ ਆਪ ਨੂੰ ਜ਼ੀਰੋ ਤੋਂ ਹੀਰੋ ਕਿੱਦਾਂ ਬਣਦੇ ਆ, ਹੈ ਨਾ, ਤੇ ਜਾਂ ਫਿਰ ਕਿੱਦਾਂ ਆਪਣੀ ਲਾਈਫ ਦਾ ਸਟਰਗਲ ਕਰਦੇ ਆ। ਤੇ ਆਈ ਵਾਂਟਡ ਟੂ ਡੂ ਦੈਟ ਸਟਰਗਲ, ਨੋਟ ਓਨਲੀ ਕਿ ਮੈਨੂੰ ਸ਼ੌਂਕ ਸੀ, ਆਲਸੋ ਮਤਲਬ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਇੱਦਾਂ ਦੀ ਸੀ ਕਿ ਮੈਨੂੰ ਲੱਗਦਾ ਸੀ ਕਿ ਯਾਰ ਜੋ ਮੇਰੀਆਂ ਇੱਛਾਵਾਂ ਜਾਂ ਜੋ ਮੇਰੀ ਸੋਚ ਹੈ, ਮੈਂ ਉਸ ਸੋਚ ਨੂੰ ਕਨਵਰਟ ਕਰਨਾ ਚਾਹੁੰਦਾ ਸੀ ਰਿਐਲਿਟੀ ਦੇ ਵਿੱਚ। ਕੋਈ ਏਮ ਨਹੀਂ ਸੀ, ਕੋਈ ਟਾਰਗੇਟ ਨਹੀਂ ਸੀ, ਕੋਈ ਪ੍ਰਿਵਿਲੇਜ ਨਹੀਂ ਸੀ, ਲੇਕਿਨ ਫਿਰ ਵੀ ਇੱਕ ਐਟੀਟਿਊਡ ਸੀ ਵਿਚ ਇਜ਼ ਅ ਵੈਰੀ ਪੋਜ਼ੀਟਿਵ ਐਟੀਟਿਊਡ ਸੀ ਕਿ ਮੇਰੇ ਕੋਲ ਖੋਣ ਲਈ ਕੁਛ ਨਹੀਂ ਹੈ, ਜੋ ਵੀ ਕਰਾਂਗਾ ਮੈਨੂੰ ਮਿਲੇਗਾ ਹੀ ਮਿਲੇਗਾ। ਤੇ ਉਸ ਸੋਚ ਨੂੰ ਲੈ ਕੇ ਹੀ ਮੈਂ ਘਰੋਂ ਨਿਕਲਿਆ ਸੀ। ਜਦੋਂ ਮੇਰੀ ਸਕੂਲਿੰਗ ਜਲੰਧਰ ਦੀ ਹੈ, ਤੇ ਉਸ ਤੋਂ ਬਾਅਦ ਮੈਂ ਤਾਇਵਾਨ ਗਿਆ ਫਸਟ ਟਾਈਮ। ਤਾਇਵਾਨ ਦੇ ਵਿੱਚ ਮੈਂ ਨਾਲ ਆਪਣੀ ਲਿੰਗੁਇਸਟਿਕ ਕੋਰਸਿਸ ਕੀਤੇ, ਪਲੱਸ ਮੈਂ ਜੋਬ ਕੀਤੀ, ਔਰ ਉੱਥੇ 2 ਸਾਲ ਰਹਿਣ ਤੋਂ ਬਾਅਦ ਮੈਂ ਆਪਣੀ ਲਾਈਫ ਦਾ ਫਸਟ ਐਕਸਪੋਜ਼ਰ ਦੇਖਿਆ ਕਿ ਕਿਸ ਤਰ੍ਹਾਂ ਆਪਾਂ ਬਾਹਰ ਜਾ ਕੇ ਆਪਣੇ ਆਪ ਨੂੰ, ਜੇ ਮੰਨ ਲਓ ਸਪੋਜ਼ ਕਰੋ ਅਸੀਂ ਕਿਸੇ ਜਗ੍ਹਾ 'ਤੇ ਰਹਿੰਦੇ ਹਾਂ ਨਾ, ਅਸੀਂ ਉੱਥੋਂ ਦੇ ਹੋ ਸਕਦਾ ਵੀ ਬਹੁਤ ਹੀਰੋ ਹੋਈਏ। ਹੀਰੋਇਨ ਦਾ ਮਤਲਬ ਹੈ ਤੁਹਾਨੂੰ 20 ਲੋਕ ਜਾਣਦੇ ਆ, ਤੁਹਾਡੇ ਰਿਲੇਟਿਵਸ ਨੇ, ਤੁਹਾਡੀ ਫੈਮਿਲੀ ਹੈ ਜਿਹੜੀ ਤੁਹਾਨੂੰ ਹਮੇਸ਼ਾ ਸਪੋਰਟ ਕਰਦੀ ਹੈ। ਲੇਕਿਨ ਜਦੋਂ ਤੁਸੀਂ ਇੱਕ ਨਵੀਂ ਲੈਂਡ ਤੇ ਨਵੀਂ ਜਗ੍ਹਾ 'ਤੇ ਲੈਂਡ ਕਰਦੇ ਹੋ, ਤੇ ਤੁਹਾਨੂੰ ਜਦੋਂ ਕੋਈ ਨਹੀਂ ਜਾਣਦਾ, ਤੇ ਲੈਂਗੁਏਜ ਦੇ ਬੈਰੀਅਰਸ ਹੁੰਦੇ ਆ, ਫਿਰ ਤੁਹਾਡੀਆਂ ਐਕਸਪੈਕਟੇਸ਼ਨਸ ਹਾਈ ਹੁੰਦੀਆਂ, ਤੇ ਪਿਛਲਿਆਂ ਦੀਆਂ ਐਕਸਪੈਕਟੇਸ਼ਨਸ ਤੁਹਾਡੇ ਤੋਂ ਵੀ ਹਾਈ ਹੁੰਦੀਆਂ ਵੀ ਹੁਣ ਸਾਡਾ ਬੱਚਾ ਬਾਹਰ ਗਿਆ ਤੇ ਇਹ ਹੁਣ ਤਰੱਕੀ ਕਰਕੇ ਹੀ ਆਊਗਾ। ਤੇ ਉਹ ਜਦੋਂ ਇੱਕ ਡਬਲ ਪ੍ਰੈਸ਼ਰ ਹੁੰਦਾ ਤੁਹਾਡੇ 'ਤੇ ਤੁਸੀਂ ਉਸ ਪ੍ਰੈਸ਼ਰ ਤੇ ਬਰਡਨ ਨੂੰ ਆਪਣੇ ਨਾਲ ਲੈ ਕੇ ਜਦੋਂ ਚੱਲਦੇ ਹੋ, ਤੇ ਫਿਰ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਯਾਰ ਮੈਂ ਹੁਣ ਕੁਝ ਕਰਕੇ ਹੀ ਵਾਪਸ ਆਊਂਗਾ। ਵਾਪਸ ਤੱਕ ਜਾਣਾ ਬਹੁਤ ਔਖਾ ਹੁੰਦਾ, ਲੇਕਿਨ ਹੁਣ ਇਹ ਹੁੰਦਾ ਕਿ ਮੈਂ ਕੁਝ ਕਰਾਂਗਾ, ਹੈ ਨਾ। ਤੇ ਉਸੇ ਦੌਰ ਦੇ ਵਿੱਚ ਮੈਂ ਵੀ ਸ਼ਾਇਦ 2003 ਦੇ ਵਿੱਚ ਲਾਈਟਾਂ ਆਨ ਹੋ ਗਈਆਂ, ਮੈਂ ਹੋਟਲ ਦੇ ਵੀ ਬਾਲਕੋਨ 'ਚ ਆਪਣੇ ਖੜਾ ਰੂਮ ਦੇ ਬਾਹਰ, ਉਸੇ ਹੀ ਮਤਲਬ ਇੱਕ ਤਰ੍ਹਾਂ ਦੀ ਸੋਚ ਜਿਹੜੀ ਇੱਕ ਆਮ ਪੰਜਾਬੀ ਬੱਚੇ ਦੀ ਮਿਡਲ ਕਲਾਸ ਫੈਮਿਲੀ ਦੀ ਹੁੰਦੀ ਹੈ, ਉਸੇ ਸੋਚ ਨਾਲ ਮੈਂ ਵੀ ਆਇਆ। ਲੇਕਿਨ ਮੈਨੂੰ ਪਤਾ ਨਹੀਂ ਸੀ ਕਿ ਮੈਂ ਆਪਣੀ ਲਾਈਫ ਨੂੰ ਡਾਇਰੈਕਸ਼ਨ ਕਿੱਦਾਂ ਦੇਣੀ ਹੈ। ਕੋਈ ਮੇਰੇ 'ਤੇ ਕੋਈ ਇੱਕ ਤਰ੍ਹਾਂ ਦਾ ਕਹਿ ਲਓ ਵੀ ਗਾਈਡਲਾਈਨ ਨਹੀਂ ਸੀ, ਜਾਂ ਕੋਈ ਵੀ ਮੇਰਾ ਗੁਰੂ ਨਹੀਂ ਸੀ ਜਿਹੜਾ ਮੈਨੂੰ ਸਮਝਾ ਸਕੇ ਵੀ ਕਿੱਦਾਂ ਕਰਨਾ। ਤੇ ਤਾਇਵਾਨ ਦੇ ਵਿੱਚ ਪਹਿਲੇ 6 ਮਹੀਨੇ ਵਾਜ਼ ਅ ਫੁੱਲ ਸਟਰਗਲ ਡਿਊ ਟੂ ਲੈਂਗੁਏਜ ਬੈਰੀਅਰ। ਸੋ ਲੈਂਗੁਏਜ ਬੈਰੀਅਰ ਨੇ ਮੈਨੂੰ ਉਸ ਚੀਜ਼ ਨੂੰ ਬਹੁਤ 6 ਮਹੀਨੇ ਰੱਖਿਆ ਕਿ ਯਾਰ ਮੈਂ ਕਦੋਂ ਲੈਂਗੁਏਜ ਸਿੱਖਾਂਗਾ। ਦੈਨ ਆਈ ਲਰਨਡ ਮੈਂਡਰਿਨ ਲੈਵਲ A1 A2, ਦੈਨ ਆਈ ਵੈਂਟ ਟੂ B1। ਤੇ ਉਸ ਤੋਂ ਬਾਅਦ 2004 ਐਂਡ ਦੇ ਵਿੱਚ 2003 'ਚ ਮੈਂ ਗਿਆ, 2 ਸਾਲ ਰਿਹਾ। ਦੈਨ 2004 2005 ਸਟਾਰਟਿੰਗ ਦੇ ਵਿੱਚ ਆਈ ਕੇਮ ਬੈਕ ਟੂ ਇੰਡੀਆ, ਐਂਡ ਦੈਨ ਆਈ ਮੂਵ ਟੂ ਯੂਰਪ। ਤੇ ਜਿੱਥੇ ਮੇਰੀ ਜ਼ਿੰਦਗੀ ਸ਼ੁਰੂ ਹੋਈ ਸਪੇਨ ਦੇ ਵਿੱਚ 2006 'ਚ। ਤੇ 2006 ਜਦੋਂ ਮੈਂ ਸਪੇਨ ਆਇਆ, ਅਗੇਨ ਲੈਂਡਿੰਗ ਸੀਗੀ, ਬਿਕੋਜ਼ ਇਹ ਹੁੰਦਾ ਜਦੋਂ ਬੰਦਾ ਆਪਣੀ ਲਾਈਫ ਸ਼ੁਰੂ ਕਰਦਾ ਹੈ, ਉਹਨੂੰ ਥੋੜ੍ਹੀ ਜਿਹੀ ਮਤਲਬ ਇਹ ਹੋਣਾ ਚਾਹੀਦਾ ਕਿ ਮੈਂ ਕਿੱਥੇ ਜਾ ਰਿਹਾ। ਤੇ ਮੈਨੂੰ ਸਿਰਫ ਇਹ ਹੈ ਕਿ ਇੱਕ ਸਟਾਰਟਿੰਗ ਮਿਲ ਜਾਵੇ, ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਧੱਕਾ ਆਪੇ ਲਾ ਲਾਂਗਾ। ਤੇ ਜਦੋਂ ਮੈਂ ਆਇਆ ਤਾਂ ਮੈਂ ਜੋਬ ਸ਼ੁਰੂ ਕੀਤੀ। ਆਈ ਡਿਡ ਵੈਰੀਅਸ ਜੋਬ, ਮੈਂ ਘੱਟੋ ਘੱਟ ਇਹਦਾ ਕੋਈ 10-12 ਡਿਫਰੈਂਟ ਤਰ੍ਹਾਂ ਦੀਆਂ ਜੋਬਸ ਕੀਤੀਆਂ।
ਤੇ ਜਿਹਦੇ 'ਚ ਕਦੀ ਮੈਂ ਸ਼ਰਮ ਨਹੀਂ ਕੀਤੀ ਕਿ ਯਾਰ ਮੈਂ ਜੇ ਆ ਕਰਾਂਗਾ ਤਾਂ ਮੈਨੂੰ ਕਿ ਲੋਕੀ ਇਹ ਨਾ ਕਹਿਣ ਵੀ ਯਾਰ ਇਸ ਬੰਦੇ ਨੇ ਆ ਕਿਉਂ ਕਰ ਰਿਹਾ ਜਾਂ ਉਹ ਕਿਉਂ ਕਰ ਰਿਹਾ, ਇਹ ਕਿਸ ਤਰ੍ਹਾਂ। ਮੈਂ ਕਦੀ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਂ ਗਰਾਊਂਡ ਲੈਵਲ ਤੋਂ ਕੰਮ ਕਰਾਂਗਾ, ਉਸ ਚੀਜ਼ ਨੂੰ ਸਮਝਾਂਗਾ, ਤੇ ਜਿੱਥੇ ਮੈਂ ਜਾਣਾ ਚਾਹੁੰਦਾ ਜੇ ਮੇਰੇ 'ਚ ਕੁਆਲਿਟੀ ਹੋਏਗੀ ਜਾਂ ਕਿਸੇ 'ਚ ਵੀ ਜੇ ਕੁਆਲਿਟੀ ਹੁੰਦੀ ਹੈ, ਉਹ ਬੰਦਾ ਆਪਣੇ ਆਪ ਹੀ ਉਸ ਚੀਜ਼ 'ਚੋਂ ਉੱਭਰ ਜਾਂਦਾ ਜਾਂ ਉਹਦੀ ਪਹਿਚਾਣ ਆਪੇ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਸਲੋਲੀ ਅੱਜ ਵੀ ਜਿੱਥੇ ਮੈਂ ਆਪਣੀਆਂ ਫਸਟ ਜੋਬ ਕੀਤੀਆਂ ਨੇ, ਭਾਜੀ ਹੁਣੀ ਇਸ ਵਕਤ ਉਹ ਕੈਨੇਡਾ ਨੇ, ਉਹਨਾਂ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਨੇ ਬਹੁਤ ਮਤਲਬ ਵੈਲਕਮਿੰਗ ਕੀਤੀ ਤੇ ਅੱਜ ਵੀ ਅਰਾਊਂਡ 18-19 ਸਾਲ ਬਾਅਦ ਵੀ ਉਹਨਾਂ ਨਾਲ ਪਿਆਰ ਹੈ। ਫਿਰ ਉਸ ਤੋਂ ਬਾਅਦ ਦੈਨ ਆਈ ਸਟਾਰਟਡ ਮਾਈ ਓਨ ਥਿੰਗ। ਮੈਂ ਆਪਣੀ ਜਿੱਦਾਂ ਮਾਰਕੀਟਿੰਗ ਸਟਾਈਲ ਸ਼ੁਰੂ ਕੀਤਾ, ਮਾਰਕੀਟਿੰਗ ਕੀਤੀ। ਦੈਨ ਆਈ ਡਿਡ ਟੀਚਿੰਗ, ਇੰਗਲਿਸ਼ ਟੀਚਿੰਗ ਵੀ ਕੀਤੀ। ਦੈਨ ਆਈ ਹੈਡ ਅ ਇੰਟਰਨੈਟ ਕੈਫੇ ਟੂ। ਤੇ ਉਸ ਤੋਂ ਬਾਅਦ ਇਹ ਹੈ ਕਿ ਕੋਈ ਕੰਮ ਜਿੱਦਾਂ ਮੇਰੇ ਰਾਹ 'ਚ ਆਉਂਦਾ ਗਿਆ, ਮੈਂ ਕਦੀ ਉਸ ਚੀਜ਼ ਨੂੰ ਮਤਲਬ ਐਕਸੈਪਟਡ ਵਿਦ ਖੁੱਲੀਆਂ ਬਾਹਾਂ। ਕਦੀ ਇਹ ਨਹੀਂ ਸੋਚਿਆ ਵੀ ਨਹੀਂ ਯਾਰ ਵੀ ਮੈਂ ਹੁਣ ਕੀ ਕਰਾਂਗਾ ਜੇ ਆ ਨਾ ਹੋਇਆ, ਜਾਂ ਇੱਕ ਚੀਜ਼ ਦਾ ਮੈਨੂੰ ਹਮੇਸ਼ਾ ਹੁੰਦਾ ਸੀ, ਮੈਨੂੰ ਇਹ ਪਤਾ ਹੁੰਦਾ ਸੀ ਕਿ ਜੇ ਆ ਨਹੀਂ ਹੋਊਗਾ ਤਾਂ ਕੁਝ ਜ਼ਰੂਰ ਹੋਊਗਾ। ਕਦੀ ਮਤਲਬ ਕਿਸੇ ਚੀਜ਼ ਨੂੰ ਜੱਫਾ ਪਾਉਣ ਦੀ ਟਰਾਈ ਨਹੀਂ ਕੀਤੀ ਕਿ ਨਹੀਂ ਯਾਰ ਜੇ ਆ ਨਹੀਂ ਹੋਊਗਾ ਤਾਂ ਕੱਲ੍ਹ ਨੂੰ ਕੀ ਹੋਊਗਾ, ਜੇ ਅੱਜ ਆ ਨਹੀਂ ਹੈ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਮੈਨੂੰ ਪਤਾ ਕਿ ਮੈਂ ਸਵੇਰੇ ਉਸੇ ਹੀ એનર્ਜੀ ਨਾਲ ਉੱਠਾਂਗਾ, ਉਸੇ ਹੀ ਜਿਹੜੀ ਮਤਲਬ ਇੱਕ ਪਾਵਰ ਹੈ ਜਾਂ ਇੱਕ ਜਿਹੜੀ ਉੱਪਰੋਂ ਯੂਨੀਵਰਸ ਤੁਹਾਨੂੰ ਤਾਕਤ ਦਿੰਦਾ, ਉਹਦੇ ਨਾਲ ਉੱਠ ਕੇ ਮੈਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਊਂਗਾ। ਕਿਉਂਕਿ ਇਕੱਲਾ ਆਪਣੇ ਆਪ ਨੂੰ ਨਹੀਂ ਨਾ ਅੱਗੇ ਲਿਜਾਣਾ ਹੁੰਦਾ, ਫਿਰ ਤੁਹਾਡੇ ਨਾਲ ਤੁਹਾਡੀ ਫੈਮਿਲੀ ਹੁੰਦੀ ਹੈ, ਤੁਹਾਡੇ ਭੈਣ ਭਰਾ ਹੁੰਦੇ ਆ, ਉਹ ਵੀ ਤੁਹਾਨੂੰ ਐਡਮਾਇਰ ਕਰਦੇ ਆ, ਦੇ ਲੁੱਕ ਅਪ ਟੂ ਯੂ। ਤੇ ਜਦੋਂ ਤੁਹਾਡੇ ਸਿਰ ਇੱਦਾਂ ਦੀਆਂ ਐਕਸਪੈਕਟੇਸ਼ਨਸ ਹੁੰਦੀਆਂ, ਫਿਰ ਤੁਹਾਨੂੰ ਪਰਫਾਰਮ ਕਰਨਾ ਹੀ ਪੈਂਦਾ ਟੂ ਬਿਕਮ ਅ ਗੁੱਡ ਐਗਜ਼ਾਮਪਲ। ਤੇ ਸ਼ਾਇਦ ਉਹਨਾਂ ਦੀਆਂ ਪ੍ਰੇਜ਼, ਉਹਨਾਂ ਦੇ ਪੁਸ਼, ਉਹਨਾਂ ਦੀ ਉਹ ਦੇਖਣ ਦੇ ਨਜ਼ਰੀਏ ਨੇ ਹੀ ਮੈਨੂੰ ਸ਼ਾਇਦ ਅੱਗੇ ਦੌੜਾਉਂਦੇ ਰਹੇ। ਅਫਕੋਰਸ ਤੁਹਾਡੇ ਸਾਰਿਆਂ 'ਚ ਆਪਣੇ 'ਚ ਸਾਡੇ ਅੱਗ ਵੀ ਹੁੰਦੀ ਹੈ ਕਿ ਅਸੀਂ ਕੁਝ ਕਰਨਾ। ਤੇ ਸਲੋਲੀ ਮੈਂ ਮਤਲਬ ਜਦੋਂ ਇੱਥੇ ਸਟੈਬਲਿਸ਼ ਹੋਇਆ, ਦੈਨ ਆਈ ਗੋਟ ਅ ਚਾਂਸ ਟੂ ਮੂਵ ਅਰਾਊਂਡ ਟੂ ਡਿਫਰੈਂਟ ਕੰਟਰੀਜ਼। ਫਿਰ ਮੈਂ ਇੱਥੋਂ UK ਕਾਫੀ ਵਾਰੀ ਟਰੈਵਲ ਕੀਤਾ, ਵਰਕ ਕੀਤਾ, US ਟਰੈਵਲ ਕੀਤਾ, ਵਰਕ ਕੀਤਾ, ਪਲੱਸ ਸਟੱਡੀ ਕੀਤੀ। ਫਿਰ ਅਰਾਊਂਡ ਯੂਰਪ ਸਾਰਾ ਘੁੰਮਿਆ। ਦੈਨ ਆਈ ਗੋਟ ਅ ਜੋਬ ਐਜ਼ ਐਕਸਪੋਰਟ ਮੈਨੇਜਰ ਔਰ ਜੁਆਇੰਟ ਵੈਂਚਰ ਵਿਦ ਅ ਕੰਪਨੀ। ਅਤੇ ਉਹਨਾਂ ਨਾਲ ਮੈਨੂੰ ਬਹੁਤ ਮਿਡਲ ਈਸਟ ਘੁੰਮਣ ਦਾ ਮੌਕਾ ਮਿਲਿਆ, ਜਿਹਦੇ 'ਚ ਮੈਂ ਦੁਬਈ, ਸਾਊਦੀ ਅਰੇਬੀਆ, ਓਮਾਨ, ਸਾਊਥ ਈਸਟ ਏਸ਼ੀਆ, ਫਿਲੀਪੀਨਸ, ਥਾਈਲੈਂਡ, ਵੀਅਤਨਾਮ। ਇੱਥੇ ਮੈਂ ਉਹਨਾਂ ਦਾ ਐਕਸਪੋਰਟ ਦਾ ਕੰਮ ਕਰਦਾ ਹੁੰਦਾ ਸੀਗਾ, ਉਹਨਾਂ ਦੀਆਂ ਮਸ਼ੀਨਸ ਦਾ। ਅਤੇ ਫਿਰ ਜੁਆਇੰਟ ਵੈਂਚਰਸ ਮਿਲੇ ਮੈਨੂੰ ਰੈੱਡ ਕ੍ਰਾਸ ਵੱਲੋਂ। ਮੈਂ ਕੰਮ ਕੀਤਾ ਵੀ ਜਿਹੜੇ ਲੋਕ ਇਨਵੈਸਟਮੈਂਟ, ਐਸੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋਕ ਇਨਵੈਸਟਮੈਂਟ ਕਰਕੇ ਮਤਲਬ ਆਪਣੀਆਂ ਕੰਪਨੀਆਂ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਆ। ਮੈਨੂੰ ਮੌਕਾ ਮਿਲਿਆ ਉਹਨਾਂ ਦੀ ਟੀਮਸ, ਉਹਨਾਂ ਦੇ ਪ੍ਰੋਜੈਕਟਸ ਦੇ ਨਾਲ ਕੋਲੈਬੋਰੇਟ ਕਰਨ ਦਾ। ਉਹ ਲਾਈਫ ਦੇ ਇੰਨੇ ਐਕਸਪੀਰੀਅੰਸ ਮਿਲੇ ਆ ਕਿ ਸ਼ਾਇਦ ਉਹ ਇੰਨੇ ਫੀਲਡ ਦੇ ਵਿੱਚ ਧੱਕੇ ਖਾਣ ਤੋਂ ਬਾਅਦ ਬੰਦਾ ਹੌਲੀ ਹੌਲੀ ਜਿੱਦਾਂ ਛਾਂਟ ਨਹੀਂ ਜਾਂਦਾ, ਅਤੇ ਸ਼ਾਇਦ ਮੈਨੂੰ ਲੱਗਿਆ ਕਿ ਮੈਨੂੰ ਜ਼ਿੰਦਗੀ ਛਾਂਟਣਾ ਹੀ ਚਾਹੁੰਦੀ ਸੀ ਕਿ ਕੋਈ ਚੀਜ਼ ਇੱਦਾਂ ਦੀ ਰਹਿ ਨਾ ਜਾਵੇ ਵੀ ਜਿਹਦੇ 'ਚ ਮੈਨੂੰ ਸਮਝ ਦੀ ਘਾਟ ਹੋ ਜਾਵੇ। ਅਜੇ ਵੀ ਬਹੁਤ ਘਾਟ ਹੈ। ਆਈ ਮੀਨ ਅਗਰ ਆਪਾਂ ਲਾਈਫ ਦੇ ਸਰਕਲ ਨੂੰ ਸਮਝੀਏ ਤਾਂ ਅਸੀਂ ਹਜੇ 0.5 ਜਾਂ 1% ਹੀ ਆਪਣੀ ਕਾਬਲੀਅਤ ਨੂੰ ਜਾਂ ਆਪਣੀ ਸੋਚ ਨੂੰ ਇਸਤੇਮਾਲ ਕਰਦੇ ਹਾਂ। ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਦੇ ਐਂਬੀਐਂਸ 'ਚ ਹੋ, ਤੁਸੀਂ ਕਿੱਦਾਂ ਦੇ ਐਟਮੋਸਫੇਅਰ 'ਚ ਹੋ, ਤੁਹਾਡੇ ਆਲੇ ਦੁਆਲੇ ਕਿੱਦਾਂ ਦੇ ਲੋਕ ਹੈ। ਔਰ ਮੈਂ ਹਮੇਸ਼ਾ ਇਹੀ ਟਰਾਈ ਕੀਤੀ ਹੈ, ਦੋਸਤ ਬਹੁਤ ਘੱਟ ਬਣਾਏ, ਲੇਕਿਨ ਜਦੋਂ ਮੈਨੂੰ ਕੋਈ ਚੰਗੀ ਚੀਜ਼ ਕਿਸੇ ਕੋਲ ਸਿੱਖਣ ਨੂੰ ਮਿਲੀ ਹੈ, ਉਹਨਾਂ ਨੂੰ ਮੈਂ ਐਜ਼ ਅ ਵੱਡੇ ਭਰਾ, ਐਜ਼ ਅ ਗੁਰੂ, ਔਰ ਛੋਟਿਆਂ ਤੋਂ ਵੀ ਸਿੱਖਣ ਲਈ ਕਦੀ ਪਿੱਛੇ ਨਹੀਂ ਹਟਿਆ। ਦੈਨ ਲੱਕੀਲੀ ਇਸ ਸਟੋਰੀ ਦੇ ਵਿੱਚ ਕੀ ਹੋਇਆ ਕਿ ਮੇਰੇ ਪੇਰੈਂਟਸ ਵੀ ਇੱਥੇ ਆ ਗਏ, ਮੇਰਾ ਬ੍ਰਦਰ ਵੀ ਇੱਥੇ ਸੀਗਾ, ਆਈ ਕਾਲਡ ਹਿਮ। ਅਤੇ ਉਹ ਚੀਜ਼ ਫਿਰ ਸ਼ੇਪ ਦੇਣਾ ਸ਼ੁਰੂ ਹੋ ਗਈ, ਜੋ ਕਿ ਮੇਰੇ DNA ਦੇ ਵਿੱਚ ਹੀ ਹੈ, ਕੰਸਲਟੈਂਸੀ, ਰਾਈਟ। ਸੋ ਆਈ ਬਿਕਮ ਕੰਸਲਟੈਂਟ ਇਨ 2016। ਅਤੇ ਅੱਜ ਸਾਡੀ ਕੰਪਨੀ ਦਾ ਨਾਮ ਹੈ H&G ਐਡਵਾਈਜ਼ਰ। ਟੂਡੇ ਵੀ ਆਰ ਇਨ 2023। ਅਤੇ ਲਾਸਟ 7 ਸਾਲਾਂ ਤੋਂ ਅਸੀਂ ਇਸਟੈਬਲਿਸ਼ ਕੰਪਨੀ ਸਾਡੀ ਇੱਥੇ ਮਤਲਬ ਪ੍ਰਾਈਵੇਟ ਲਿਮਿਟਿਡ ਹੈ ਬਾਰਸੀਲੋਨਾ ਦੇ ਵਿੱਚ। ਅਤੇ ਉੱਪਰ ਵਾਲੇ ਦੀ ਕਿਰਪਾ ਨਾਲ ਮੈਨੂੰ ਲੱਗਦਾ ਕਿ ਅਸੀਂ ਠੀਕ ਠਾਕ ਕੰਮ ਕਰਦੇ ਹਾਂ। ਬਾਕੀ ਲੋਕਾਂ ਨੂੰ ਜ਼ਿਆਦਾ ਪਤਾ ਹੋਏਗਾ, ਕਿਉਂਕਿ ਜਿਨ੍ਹਾਂ ਦੇ ਰਿਜ਼ਲਟਸ ਆਉਂਦੇ ਆ ਉਹੀ ਦੱਸ ਸਕਣਗੇ ਵੀ ਕੀ ਚੀਜ਼ ਹੈ, ਔਰ ਜਿਨ੍ਹਾਂ ਦੇ ਜੇ ਰਿਜ਼ਲਟਸ ਨਹੀਂ ਵੀ ਆਉਂਦੇ ਆ ਉਹ ਤਾਂ ਵੀ ਦੱਸ ਸਕਣਗੇ ਵੀ ਯਾਰ ਰਿਜ਼ਲਟ ਸਾਡੇ ਕਿਉਂ ਨਹੀਂ ਆਏ। ਅਤੇ ਮੇਰੇ ਹਿਸਾਬ ਨਾਲ ਆਪਣੇ ਵੱਲੋਂ ਇੱਕ ਚੀਜ਼ ਦੀ ਹਮੇਸ਼ਾ ਟਰਾਈ ਕੀਤੀ ਹੈ ਕਿ ਆਪਣੇ ਕੰਮ ਦੇ ਨਾਲ, ਆਪਣੇ ਆਪ ਦੇ ਨਾਲ ਇਮਾਨਦਾਰੀ, ਐਥਿਕਸ, ਔਰ ਹਮੇਸ਼ਾ ਟਰਾਈ ਕੀਤੀ ਹੈ ਕਿ ਜੇ ਕਿਸੇ ਦਾ ਕੋਈ ਚੀਜ਼ ਕਰਨੀ ਹੈ ਨਾ, ਜਾਂ ਕੋਈ ਵੀ ਪ੍ਰੋਜੈਕਟ ਕਰਨਾ ਹੈ, ਜੇ ਆਪਾਂ ਅਗਲੇ ਦਾ ਕੋਈ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਹੀਂ ਹੋਣ ਦੇਣਾ। ਇਸ ਸੋਚ ਦੇ ਨਾਲ ਹੀ ਹਮੇਸ਼ਾ ਅੱਗੇ ਵਧਿਆ। ਅਤੇ ਇਹ ਹੈ ਜੀ ਇੱਕ ਛੋਟੀ ਜਿਹੀ ਮੇਰੀ ਸਟੋਰੀ, ਜਿਹਦੇ 'ਚ ਬਹੁਤ ਚੀਜ਼ਾਂ ਹਲੇ ਮੈਂ ਕਵਰ ਕਰਨ ਦੀ ਟਰਾਈ ਕੀਤੀ ਹੈ ਪਰ ਕਵਰ ਹੋਈਆਂ ਨਹੀਂ ਹੈ। ਔਰ ਮੈਂ ਟਰਾਈ ਕਰਾਂਗਾ ਕਿ ਹੌਲੀ ਹੌਲੀ ਜਿੱਦਾਂ ਨੈਕਸਟ ਪੋਡਕਾਸਟ ਬਣਨਗੇ, ਨੈਕਸਟ ਕਿਸੇ ਨਾਲ ਗੱਲਾਂ ਬਾਤਾਂ ਹੋਣਗੀਆਂ, ਅਤੇ ਮੈਂ ਡੈਫੀਨੇਟਲੀ ਉਸ ਚੀਜ਼ ਨੂੰ ਰਿਵੀਲ ਕਰਾਂਗਾ। ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਯੰਗਸਟਰਸ ਹੈ ਉਹ ਆਪਣਾ ਜਿਹੜਾ ਆਬਜੈਕਟਿਵ ਹੈ, ਆਪਣਾ ਗੋਲ ਓਰੀਐਂਟਿਡ ਮਾਈਂਡ ਸੈਟਅਪ ਕਿਸ ਤਰ੍ਹਾਂ ਕਰ ਸਕਦੇ ਹੈ, ਮੈਡੀਟੇਸ਼ਨ ਕਿਉਂ ਜ਼ਰੂਰੀ ਹੈ,
ਇੱਕ ਅੱਛੀ ਡਾਈਟ ਤੇ ਇੱਕ ਅੱਛੀ ਹੈਲਥ ਕਿਉਂ ਜ਼ਰੂਰੀ ਹੈ। ਜਦੋਂ ਤੁਸੀਂ ਸਪੋਜ਼ ਆਪਾਂ ਮੰਨ ਲਓ ਮੈਂ ਹੀ ਸੀ ਨਾ, ਮੈਨੂੰ ਕਿਸੇ ਨੇ ਸਮਝਾਇਆ ਨਹੀਂ ਸੀ ਕਿ ਯਾਰ ਡੋਂਟ ਓਨਲੀ ਰਨ ਔਰ ਚੇਜ਼ ਮਨੀ, ਤੁਸੀਂ ਇੱਕ ਬੈਲੈਂਸ ਚੀਜ਼ ਕਰੋ, ਕਿਸੇ ਚੀਜ਼ 'ਚ ਕੋਈ ਐਕਸੀਲੈਂਸ, ਆਪਣੇ ਆਪ 'ਚ ਐਕਸੀਲੈਂਸ ਲੈ ਕੇ ਆਓ, ਜਿਹੜੇ ਵੀ ਕੰਮ ਕਰਦੇ ਹੋ ਉਹਦੇ 'ਚ ਇੱਕ ਨੀਸ਼ ਲੈ ਕੇ ਆਓ। ਜੇ ਤੁਹਾਡਾ ਕੋਈ ਪ੍ਰੋਡਕਟ ਹੈ ਜਾਂ ਤੁਹਾਡੇ ਕੋਈ ਪੈਸ਼ਨ ਹੈ, ਉਸ ਪੈਸ਼ਨ ਨੂੰ, ਹੁਣ ਮੇਰਾ ਜਿਹੜਾ ਕੰਮ ਹੈ ਮੇਰਾ ਪੈਸ਼ਨ ਹੈ, ਉਹ ਮੈਂ ਪੈਸ਼ਨ ਨੂੰ ਹੀ ਕੰਮ 'ਚ ਕਨਵਰਟ ਕੀਤਾ। ਤੇ ਉਹ ਜਦੋਂ ਤੁਹਾਡਾ ਪੈਸ਼ਨ ਤੁਹਾਡੇ ਕੰਮ 'ਚ ਕਨਵਰਟ ਹੋ ਜਾਂਦਾ ਨਾ, ਤੇ ਤੁਸੀਂ ਉਹਦੇ 'ਚ ਜਦੋਂ ਐਕਸਲੈਂਸ ਹਾਸਿਲ ਕਰ ਲੈਂਦੇ ਹੋ, ਫਿਰ ਜਿਹੜਾ ਉਹ ਵੈਲਥ ਤੇ ਮਨੀ ਚੇਜ਼ਿੰਗ ਵਾਲਾ ਸਿਸਟਮ ਖਤਮ ਹੋ ਜਾਂਦਾ। ਦੈਨ ਤੁਹਾਡਾ ਕੰਮ ਬੋਲਣਾ ਸ਼ੁਰੂ ਹੋ ਜਾਂਦਾ ਕਿ ਯਾਰ ਦੈਟਸ ਵਾਟ ਆਈ ਲਵ ਡੂਇੰਗ, ਯੂ ਨੋ, ਐਵਰੀ ਸਿੰਗਲ ਡੇ, ਐਵਰੀ ਸਿੰਗਲ ਨਾਈਟ ਟੂ। ਤੇ ਜਿਹਦੇ 'ਚ ਮੈਂ ਇਕੱਲਾ ਨਹੀਂ ਹਾਂ। ਜੇ ਇਨਸਾਨ ਸੋਚੇ ਕਿ ਮੈਂ ਇਕੱਲਾ ਹੀ ਸਭ ਕੁਝ ਕਰੀ ਜਾ ਰਿਹਾ, ਮੇਰੇ ਮਗਰ ਬਹੁਤ ਸਾਰੇ ਐਸੇ ਲੋਕਾਂ ਦੀਆਂ ਦੁਆਵਾਂ, ਸਾਥ, ਉਹਨਾਂ ਦੀਆਂ ਅਨਸਲੀਪ ਨਾਈਟਸ ਤੇ ਬਹੁਤ ਸਾਰੀਆਂ ਐਫਰਟਸ ਨੇ। ਤੇ ਹੌਲੀ ਹੌਲੀ ਮੈਂ ਚਾਹੂੰਗਾ ਕਿ ਮੈਂ ਉਹਨਾਂ ਸਾਰਿਆਂ ਨੂੰ ਮਤਲਬ ਕ੍ਰੈਡਿਟ ਦੇਵਾਂ, ਉਹਨਾਂ ਨੂੰ ਰਿਵਾਰਡ ਦੇਵਾਂ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਸਾਥ ਦੇ ਕੇ, ਜਿੰਨਾ ਕੁ ਵੀ ਮੈਂ ਹੈ, ਆਈ ਮੀਨ ਐਵਰੀਵਨ ਹੈਜ਼ देयर ਓਨ ਸਟੋਰੀ, ਤੇ ਜਿੰਨਾ ਕੁ ਮੈਂ ਆਪਣੇ ਆਪ ਨੂੰ ਸਮਝਦਾ ਕਿ ਆਮ ਲੱਕੀ ਇਨਫ। ਮੈਂ ਕਦੀ ਜੇ ਪਿੱਛੇ ਮੁੜ ਕੇ ਦੇਖਾਂ, 16 ਸਾਲ ਦਾ ਹੈਰੀ ਔਰ ਹਰਪ੍ਰੀਤ, ਔਰ ਮੇਰਾ ਨਿਕਨੇਮ ਵੈਸੇ ਮੈਂ ਰਿਵੀਲ ਨਹੀਂ ਕਰਨਾ ਚਾਹੁੰਦਾ, ਜਦੋਂ ਮੈਂ ਉਸ 16-17 ਸਾਲ ਦੀ ਏਜ 'ਚ ਜਦੋਂ ਸੋਚਦਾ ਸੀ ਕਿ ਮੈਂ 40 ਸਾਲ 'ਚ ਇੱਥੇ ਪਹੁੰਚ ਪਾਊਂਗਾ, ਮੈਨੂੰ ਲੱਗਦਾ ਥੈਂਕਸ ਟੂ ਯੂਨੀਵਰਸ, ਥੈਂਕਸ ਟੂ ਆਲ ਦ ਐਨਰਜੀਜ਼ ਐਂਡ ਪਾਵਰ ਜਿਨ੍ਹਾਂ ਨੇ ਮੈਨੂੰ ਅੱਜ ਉਸ ਮੁਕਾਮ 'ਤੇ ਖੜਾ ਕੀਤਾ ਹੈ ਜਿੱਥੇ ਮੈਂ ਆਪਣੇ ਆਪ ਨੂੰ ਸ਼ਾਇਦ ਅੱਜ ਤੋਂ ਇੰਨੇ ਸਾਲ ਪਹਿਲਾਂ ਨਹੀਂ ਪਾਇਆ ਹੋਊਗਾ। ਤੇ ਹੌਲੀ ਹੌਲੀ ਇਹ ਹੈ ਕਿ ਨੇਚਰ ਨਾਲ ਵੀ ਜੁੜਨਾ ਸ਼ੁਰੂ ਕੀਤਾ, ਸਪਿਰਿਚੁਅਲਿਟੀ ਨਾਲ ਜੁੜਨਾ ਸ਼ੁਰੂ ਕੀਤਾ, ਇਨਰ ਥੋਟਸ ਨੂੰ ਸੁਣਨਾ ਸ਼ੁਰੂ ਕੀਤਾ ਕਿ ਤੁਹਾਡੇ ਅੰਦਰਲੀ ਆਵਾਜ਼ ਕੀ ਆਉਂਦੀ ਹੈ। ਤੇ ਐਸੇ ਲੋਕਾਂ ਦੀ ਸੰਗਤ ਜਾਂ ਐਂਬੀਐਂਸ 'ਚ ਰਹਿਣਾ ਸ਼ੁਰੂ ਕੀਤਾ ਕਿ ਜਿਹਦੇ ਨਾਲ ਤੁਹਾਨੂੰ ਹਰ ਵੇਲੇ ਪੋਜ਼ਿਟਿਵਿਟੀ ਹੀ ਰਵੇ। ਆਫ ਕੋਰਸ ਨੈਗੇਟਿਵਿਟੀ ਇਜ਼ ਅ ਪਾਰਟ ਆਫ ਲਾਈਫ, ਲੇਕਿਨ ਜੇ ਸਪੋਜ਼ ਕਰੋ ਤੁਸੀਂ ਪਿਆਸੇ ਹੋ ਤੇ ਤੁਹਾਨੂੰ ਸ਼ਾਇਦ ਪਾਣੀ ਪੀ ਕੇ ਹੀ ਗੁਜ਼ਾਰਾ ਹੋਏਗਾ, ਥਰਸਟੀ ਰਹਿ ਕੇ ਜਾਂ ਗਲਾ ਸੁਕਾਉਣ ਦਾ ਕੋਈ ਫਾਇਦਾ ਨਹੀਂ ਹੈ। ਜੇ ਆਪਾਂ ਨੈਗੇਟਿਵਿਟੀ ਨੂੰ ਇਹ ਕਹਿ ਰਹੀਏ ਕਿ ਗਲਾ ਸੁੱਕਿਆ ਹੋਇਆ, ਤੇ ਪੋਜ਼ਿਟਿਵਿਟੀ ਨੂੰ ਇਹ ਕਹਿ ਲਈਏ ਕਿ ਪਾਣੀ ਪੀ ਕੇ ਹੀ ਗਲਾ ਠੀਕ ਹੋਣਾ, ਤੇ ਕਿਉਂ ਨਾ ਆਪਾਂ ਹਮੇਸ਼ਾ ਪਾਣੀ ਪੀਂਦੇ ਰਹੀਏ। ਤੇ ਜ਼ਰੂਰ ਆ ਪੋਸਟ ਕਰਾਂਗਾ, ਮੈਨੂੰ ਨਹੀਂ ਪਤਾ ਕੀ ਚੀਜ਼ ਬਣੀ ਹੈ, ਆਈ ਹੈਵ ਨੋ ਆਈਡੀਆ, ਲੇਕਿਨ ਮੈਂ ਇਹਨੂੰ ਪੋਸਟ ਕਰਾਂਗਾ ਔਰ ਉਮੀਦ ਕਰਾਂਗਾ ਕਿ ਤੁਹਾਡਾ ਸਾਥ ਮਿਲੇਗਾ। ਤੇ ਮੈਂ ਮੰਥਲੀ ਟਰਾਈ ਕਰਾਂਗਾ 1 ਜਾਂ 2 ਪੋਡਕਾਸਟ ਸ਼ੁਰੂ ਕਰਾਂਗਾ। ਜਦੋਂ ਤੱਕ ਮੈਨੂੰ ਨਹੀਂ ਲੱਗੇਗਾ ਕਿ ਕੋਈ ਸੂਟੇਬਲ ਗੱਲਬਾਤ ਨਹੀਂ ਹੋਈ ਹੈ, ਉਦੋਂ ਤੱਕ ਮੈਂ ਪੋਸਟ ਨਹੀਂ ਕਰਾਂਗਾ, ਲੇਕਿਨ ਸ਼ੇਅਰ ਕਰਨ 'ਚ ਮੈਨੂੰ ਬਹੁਤ ਮਜ਼ਾ ਆਏਗਾ। ਤੇ ਤੁਹਾਡਾ ਸਾਥ, ਤੁਹਾਡੇ ਕਮੈਂਟਸ ਤੇ ਤੁਹਾਡੀ ਕਹਿ ਲਓ ਬਈ ਫੀਡਬੈਕ ਜਾਂ ਹੱਲਾਸ਼ੇਰੀ ਨਾਲ ਵੀ ਵਧੀਆ ਲੱਗੇਗਾ। ਥੈਂਕ ਯੂ ਜੀ, ਥੈਂਕਸ ਫॉर ਵਾਚਿੰਗ।